अस्सलाम वालेकुम नादरीन, अल्लाह ताला से ये उम्मीद करता हूँ कि अल्लाह ताला ने आपको जहाँ पर भी रखा होगा अपने हिफ्ज़ अमान में रखा होगा। मेरा दोस्त आतिफ जावेद काका, जो कि मैं जो 302 का मेरे पर मुकदमा था अपने वालिद साहब के कत्ल का बदला लेने वाला, उसमें जो है ना आतिफ जावेद काका ये मेरा बचपन का दोस्त है और ये मेरे साथ था ना। आपसे बातें भी होंगी और कुछ ऐसे वाक़यात आपसे शेयर करूँगा कि आप यकीनन उन वाक़यात को सुनने के बाद जो है ना आपको एहसास होगा और आप ज़रूर इस बात को सोचेंगे कि ये बंदा जो है ना कसवटियों पर रगड़ा रगड़ा जो आज हमारे सामने बैठा हुआ है। काका जो है मेरा बचपन का दोस्त है, मेरे भाई जाहिद को भी जानता है। काके से जो है ना बातें करूँगा मैं पंजाबी में, क्योंकि मैंने अगर उर्दू बोली ना तो ये कन्फ्यूज़ हो जाएगा। तो मैं चाहता हूँ कि हम आपस में ना पंजाबी में, ताकि थानू भी समझ आवे तो जरा असीं भी खुल के गल कर सकीए। काके ਜਦੋਂ ਪਹਿਲੇ ਈਦ ਮਿਲਾਦ ਨਬੀ ਹੁੰਦੀ ਸੀ ਤੇ ਕਿੰਨੇ ਪਹਾੜੀਆਂ ਬੰਨੀਆਂ, ਡਾਂਸ ਹੋਣੇ, ਤੂੰ ਜ਼ਾਤ ਭੈਣ ਪਹਾੜੀਆਂ ਤੇ ਜਾ ਕੇ ਬਕਾਇਦਾ ਉਹ ਮਿਊਜ਼ਿਕ ਲੱਗਣੇ, ਡਾਂਸ ਕਰਨੇ। ਕਾਕੇ ਉਹ ਦੌਰ ਕੀ ਸੀ? ਬਹੁਤ ਆਲਾ ਦੌਰ ਸੀ। ਮਸਲਨ ਮਤਲਬ ਐਸਾ ਦੌਰ ਸੀ ਕਿ ਇੱਕ ਬੰਦਾ ਕਮਾਉਂਦਾ ਸੀ ਤਾਂ ਪੂਰਾ ਟੱਬਰ ਖਾਂਦਾ ਸੀ। ਖੁਸ਼ੀਆਂ ਸਨ, ਖੁਸ਼ੀਆਂ, ਬੇਚੈਨੀ ਨਹੀਂ ਗਈ ਸੀ, ਬਸ ਸਕੂਨੀ ਨਹੀਂ ਗਈ ਸੀ। ਤਫਰੀਹ ਦਾ ਕੋਈ ਦਿਨ ਆਉਂਦਾ ਸੀ, ਲੋਕੀ ਖੁੱਲ ਕੇ ਅੱਛੇ ਦੋਸਤ ਸਨ, ਮੁਖਲਸ ਦੋਸਤ ਸਨ, ਪਿਆਰ ਸੀ, ਮੁਹੱਬਤ ਸੀ। ਉਹਨਾਂ ਟਾਈਮਾਂ 'ਚ ਤੁਹਾਨੂੰ ਪਤਾ ਹੀ ਹੈ ਮੈਂ ਬ੍ਰੇਕ ਡਾਂਸ ਕਰਨਾ ਹੁੰਦਾ ਸਾਂ। ਸਹੀ ਗੱਲ ਹੈ। ਤੇ ਪਹਾੜੀਆਂ ਬੰਨਣੀਆਂ, ਮਿਊਜ਼ਿਕ ਲੱਗਣੇ, ਜ਼ਾਤ ਭੈਣ ਤੇ ਮੇਰੇ ਕੋਲ ਸਟੈਪ ਸਿੱਖਣੇ ਸਟੈਪ ਕਿ ਹੁਣ ਕਿਹੜਾ ਨਵਾਂ ਸਟੈਪ ਆਇਆ ਬਈ, ਇਹ ਵਾਲਾ ਸਟੈਪ ਆਇਆ। ਵੱਡਾ ਭਾਈ ਸੀ, ਬੜਾ ਪਿਆਰ ਕਰਦਾ ਸੀ। ਟਾਈਮ ਲੰਘਦੇ ਲੰਘਦੇ ਵੇਖ ਲਓ ਹੁਣ ਵਕਤ। ਅੱਛਾ, ਮੇਰੇ ਭਰਾ ਆਜ਼ਾਦੀ ਦਾ ਗੁੱਡੂ ਭਾਈ ਨਾਲ ਕਿਹੋ ਜਿਹਾ ਯਾਰਾਨਾ ਸੀ? ਬੜਾ ਅੱਛਾ ਕਲਾਸ ਫੈਲੋ ਸਨ, ਮੁਹੱਬਤ ਸੀ ਇਹਨਾਂ ਦੀ ਆਪਸ, ਬਹੁਤ ਪਿਆਰ ਸੀ। ਸਹੀ ਹੈ। ਬਹੁਤ ਕਲੋਜ਼, ਬਹੁਤ ਪਿਆਰੇ ਦੋਸਤ, ਐਸੇ ਦੋਸਤ, ਮੁਖਲਸ ਦੋਸਤ ਕਿ ਜਿਨ੍ਹਾਂ ਨੂੰ ਅਸੀਂ ਹੁਣ ਤੱਕ ਦੁਨੀਆ ਤੋਂ ਚਲੇ ਗਏ ਨੇ। ਅੱਲਾਹ ਤਾਲਾ ਉਹਨਾਂ ਨੂੰ ਜੰਨਤਾਂ 'ਚ ਘਰ ਦੇਵੇ। ਅਸੀਂ ਉਹਨਾਂ ਨੂੰ ਹੋਈ ਵੀ ਸਾਡੇ ਉਹ ਦਿਲਾਂ 'ਚ ਨੇ, ਅਸੀਂ ਉਹਨਾਂ ਨੂੰ ਯਾਦ ਕਰਨੇ। ਕਾਕੇ ਦਾ ਵੱਡਾ ਭਾਈ ਨਾ ਗੁੱਡੂ ਭਾਈ, ਉਹ ਅੱਲਾਹ ਤਾਲਾ ਜ਼ਿੰਦਗੀ ਫਿਰ ਤੰਦਰੁਸਤੀ ਉਹਨੂੰ ਭਰਾ ਮੇਰੇ ਨੂੰ ਦੇਵੇ। ਉਹ ਮੇਰੇ ਭਾਈ ਜ਼ਾਹਿਦ ਦਾ ਨਾ ਬਚਪਨ ਦਾ ਦੋਸਤ ਸੀ ਔਰ ਉਹਨੇ ਜਿਹੜਾ ਨਾ ਉਹਦਾ ਤਾਂ ਤਾਲੁਕ ਵਾਸਤਾ ਸੀ ਨਾ। ਤੇ ਕਾਕਾ ਚੂੰਕਿ ਬੜਾ ਸ਼ੌਕੀਨ ਸੀ ਨਾ ਬ੍ਰੇਕ ਡਾਂਸ, ਵਨ ਨਾਈਟ ਇਨ ਬੈਂਕਾਕ। ਉਹ ਸਾਡੇ ਇਲਾਕੇ ਗੁੱਡੂ ਭਾਈ ਸਨ, ਗੁੱਡੂ ਗੰਜੇ ਨਾਮ ਤੋਂ ਮਸ਼ਹੂਰ ਸਨ, ਵੈਲਡਿੰਗ ਦਾ ਕੰਮ ਕਰਦੇ ਸਨ। ਬ੍ਰੇਕ ਡਾਂਸ ਜਿਹੜਾ ਨਾ ਉਸ ਤੋਂ ਅੱਛਾ ਮੇਰਾ ਨਹੀਂ ਖਿਆਲ ਕਿਸੇ ਨੇ ਕੀਤਾ ਹੋਏਗਾ। ਤੇ ਮੇਰਾ ਭਾਈ ਜ਼ਾਹਿਦ ਉਹ ਵੀ ਡਾਂਸ ਦਾ ਬੜਾ ਸ਼ੌਕੀਨ ਸੀ। ਉਹ ਵੀ ਕਾਕੇ ਨੂੰ ਕਹਿੰਦਾ ਕਾਕੇ ਨਵਾਂ ਸਟੈਪ ਦੱਸ ਕਿਹੜਾ ਹੈ। ਕਾਕੇ ਫਿਰ ਉਸ ਤੋਂ ਬਾਅਦ ਕੀ ਹੋਇਆ ਜ਼ਾਹਿਦ ਭਾਈ ਦੇ ਨਾਲ, ਕੀ ਮਾਮਲਾ ਹੈ ਫਿਰ ਉਸ ਤੋਂ ਬਾਅਦ ਅੱਗੇ ਜ਼ਿੰਦਗੀ ਕਿਸ ਤਰ੍ਹਾਂ ਚੱਲੀ? ਬਸ ਉਹ ਅੱਲਾਹ ਤਾਲਾ ਨੇ ਜਿੰਨੀ ਉਹਨਾਂ ਦੀ ਲਿਖੀ ਸੀ, ਉਹਨਾਂ ਦਾ ਮਤਲਬ ਕਿ ਡੈਥ ਹੋ ਗਈ, ਗੋਲੀ ਵੀ ਲੱਗ ਗਈ ਉਹਨਾਂ ਨੂੰ। ਦੋਸਤ ਕੋਲੋਂ ਅਚਾਨਕ ਗੋਲੀ ਲੱਗ ਗਈ। ਗੋਲੀ ਲੱਗ ਗਈ ਇੱਕ ਹਾਦਸੇ ਦੇ ਵਿੱਚ। ਹਾਦਸਾ ਸੀ ਮਤਲਬ ਕਿ ਉਹ ਉੱਥੋਂ ਲਾਈਫ ਯੂ ਟਰਨ ਲੈ ਗਈ। ਯੂ ਟਰਨ ਲੱਗ ਗਈ। ਯੂ ਟਰਨ। ਅਸੀਂ ਪੜ੍ਹਨ ਲਿਖਣ ਵਾਲੇ ਬੱਚੇ ਸਾਂ, ਪੜ੍ਹਨੇ ਸਾਂ, ਅੱਛੇ ਸਕੂਲਾਂ 'ਚ ਪੜ੍ਹੇ ਹਾਂ, ਠੀਕ ਹੈ। ਇਹ ਵਾਲਾ ਸਾਹਿਬ ਦੇ ਨਾਲ ਅਟੈਚ ਸੀ ਬਹੁਤ ਜ਼ਿਆਦਾ। ਅਗਰ ਅੱਜ ਮੇਰਾ ਹਾਲ ਹੈ ਜੇ ਹੋਰ ਵਕਤ ਨਾ ਹੁੰਦਾ ਤਾਂ ਅਸਲੇ ਮੇਰਾ ਹਾਲ ਹੈ, ਮੈਂ ਆਪਣਾ ਦੋਸਤਾਂ ਨੂੰ ਇਹ ਜੱਜ, ਵੱਡਾ ਬਰਿਸਟਰ ਜਾਂ ਕੋਈ ਜੱਜ ਜ਼ਰੂਰ ਹੋਣਾ ਸੀ ਇਹਨੇ, ਕਾਨੂੰਨਦਾਨ ਹੋਣਾ ਸੀ ਇਹਨੇ, ਸ਼ਕੀਨ ਆ ਦੇ। ਕਾਕਾ ਇਹ ਪੇਸ਼ਨ ਕੋਈ ਤੁਹਾਡੀ? ਹਾਂਜੀ, ਮੇਰੀ ਪੇਸ਼ੈਨ ਕੋਈ, ਕਿਉਂਕਿ ਤੂੰ ਵਕੀਲਾਂ ਦਾ ਘਰ ਹੈ, ਖਾਨਦਾਨ ਭਾਈ ਨਬੀ ਅਹਿਮਦ। ਅਸੀਂ ਉਹਨਾਂ ਦੇ ਹੱਥਾਂ 'ਚ ਜਵਾਨ ਹੋਏ ਹਾਂ, ਅਸੀਂ ਉਹਨਾਂ ਨੂੰ ਦੇਖਿਆ। ਅੰਕਲ ਹੋਣੀ ਹਾਈ ਕੋਰਟ ਦੇ ਐਡੇ ਵੱਡੇ ਵਕੀਲ ਸਨ, ਭਾਈ ਨਬੀ ਅਹਿਮਦ ਜੱਜ ਸਨ, ਠੀਕ। ਫਿਰ ਬਾਕੀ ਭਾਈ ਵੀ ਵਕੀਲ ਸਨ। ਇਸ ਸ਼ੋਬੇ ਨਾਲ ਤਲਕ ਰੱਖਦੇ ਸਨ ਕਿ ਮਤਲਬ ਕਿ ਇਹ ਘਰ ਸੀ ਇੱਕ ਪ੍ਰੋਪਰ, ਜਿੱਥੇ ਅੱਛੇ ਲੋਕ, ਤੁਹਾਡੇ ਪੰਜਾਬ ਦੀਆਂ ਮਸ਼ਹੂਰ ਹਸਤੀਆਂ ਵੀ ਇਸ ਘਰ ਦੇ ਵਿੱਚ ਆਉਂਦੀਆਂ ਰਹੀਆਂ ਨੇ। ਉਸ ਵਕਤ ਦੇ ਵਜ਼ੀਰ ਆਲਾ ਦਾ ਭਰਾ ਵੀ ਆਉਂਦਾ ਰਿਹਾ, ਮੀਆਂ ਯਾਸਿਨ ਭੱਟੂ। ਮੀਆਂ ਯਾਸਿਨ ਭੱਟੂ ਵਜ਼ੀਰ ਆਲਾ ਵੀ? ਹਾਂਜੀ, ਉਹ ਮੀਆਂ ਭੱਟੂ ਉਹਨਾਂ ਦੇ ਭਾਈ ਸਨ ਨਾ। ਹਾਂਜੀ। ਤੇ ਅਸੀਂ ਇੱਥੇ ਪੱਲੇ ਜਵਾਨ ਹੋਏ, ਖੇਡੇ। ਅੱਛਾ ਕਾਕੇ, ਮੇਰੇ ਵਾਲਿਦ ਸਾਹਿਬ ਕੈਸੇ ਇਨਸਾਨ ਸਨ? ਬਹੁਤ ਨੇਕ ਇਨਸਾਨ ਸਨ, ਸ਼ਰੀਫ ਇਨਸਾਨ ਸਨ। ਅੱਛਾ, ਤੇ ਹੁਣ ਜ਼ਰਾ ਮੇਰੇ ਨਾਜ਼ਰੀਨ ਨੂੰ ਦੱਸ, ਜਿਸ ਦਿਨ ਅਸੀਂ ਉਸ ਮੈਂ ਤਾਂ ਕਹਿੰਦਾ ਨਾ, ਮੈਂ ਉਹਨੂੰ ਆਪਣੇ ਨਾਲ ਤਾਂ ਜਹੰਨਮ ਵਾਸਲ ਹੀ ਕੀਤਾ, ਕਿਉਂਕਿ ਉਹਨੇ ਮੇਰੇ ਨਾਲ ਬੜਾ ਵੱਡਾ ਜ਼ੁਲਮ ਕੀਤਾ ਸੀ। ਮੈਂ ਦੋਸਤਾਂ ਨਾਲ ਵਾਕਿਆ ਅਕਸਰ ਸੁਣਾਇਆ ਕਿ ਉਹ ਵਾਕਿਆ ਇਸ ਤਰ੍ਹਾਂ ਹੋਇਆ। ਤੈਨੂੰ ਯਾਦ ਹੈ ਕਿ ਮੈਂ ਕਿੰਨਾ ਕੁੜਨਾ ਹੁੰਦਾ ਕਿ ਮੈਂ ਵਾਲਿਦ ਸਾਹਿਬ ਦਾ ਕਾਤਲ ਜਿਹੜਾ ਇਹਨਾਂ ਨਹੀਂ ਛੱਡਣਾ, ਜਿਹੜਾ ਵੀ ਹੋਏਗਾ ਤੇ ਮੈਂ ਇਹਦੇ ਮਗਰ ਚੜਾਂਗਾ। ਕਾਕਿਆ ਵਾਕਿਆ ਕਿਸ ਤਰ੍ਹਾਂ? ਤੈਨੂੰ ਪਤਾ ਕਿ ਅਸੀਂ ਗਏ ਸਾਂ ਉੱਥੇ ਰਾਇਲ ਪਾਰਕ। ਮੈਂ ਸਾਂ, ਨਾਲ ਆਮਰ ਸੀ, ਨਾਲ ਜੰਗੋ ਸੀ, ਨਾਲ ਹੈਗਾ ਸੀ ਮਾਨ ਭੱਟ ਸੀ, ਨਾਲ ਅਸਲਮ ਸੀ, ਅਮਰੀਕਾ ਜਿਹੜਾ ਚਲਾ ਗਿਆ, ਤੇ ਤੇਰਾ ਵੀ ਪਿਸਤੌਲ ਅਸੀਂ ਨਾਲ ਲਗੇ ਸਾਂ। ਯਾਦ ਹੀ ਕਿ ਨਹੀਂ? ਸੁਲ੍ਹਾ ਦੇ ਵਿੱਚ ਬਿਲਕੁਲ। ਉੱਥੇ ਜਾ ਕੇ ਉਹਨੇ ਸੁਲ੍ਹਾ ਨਹੀਂ, ਉਹਨੇ ਮੈਨੂੰ ਨਿਆਂ ਦਿੱਤਾ ਸੀ ਕਿ ਤੇਰੇ ਪਿਓ ਨੂੰ ਮੈਂ ਮਾਰਿਆ। ਸੁਲ੍ਹਾ ਤਾਂ ਹੁੰਦੀ ਨਾ ਕਿ ਮੈਂ ਮਾਫ ਕਰ ਦਿੰਦਾ। ਮੈਂ ਤੇ ਗੋਗੀ ਭਾਈ ਜ਼ਿੰਦਾ ਰਹੇ, ਵਕੀਲ ਨੇ ਮਾਸ਼ਾਅੱਲਾ ਸਾਰਾ ਪਾਕਿਸਤਾਨ ਉਹਨਾਂ ਨੂੰ ਜਾਣਦਾ। ਉੱਥੇ ਜਦੋਂ ਕੁਰਾਨ ਤੇ ਹੱਥ ਰੱਖਿਆ ਗਿਆ, ਮੈਂ ਗੱਲ ਕੀਤੀ, ਮੈਂ ਕਾਤਲ ਨੂੰ ਨਹੀਂ ਛੱਡਾਂਗਾ। ਗੋਗੀ ਭਾਈ ਬੋਲੇ ਲੈਂਦਾ ਕਿ ਮਤਲਬ? ਮੈਂ ਕਹਿੰਦਾ ਮਤਲਬ ਕਾਤਲ ਕੌਣ ਹੈ? ਉਹ ਸਾਦਿਸ਼ਾਹ ਨੇ ਕਿਹਾ ਕਾਤਲ ਹੈਗਾ ਅਮਰ ਭੱਟ।
ਤੇ ਮੈਂ ਕਿਹਾ ਫਿਰ ਜਿਹੜਾ ਕਾਤਲ ਉਹਨੂੰ ਮੈਂ ਨਹੀਂ ਛੱਡਾਂਗਾ। ਉਹ ਇਸ ਤਰ੍ਹਾਂ ਗੱਲ ਹੋਈ ਸੀ। ਬਿਲਕੁਲ ਉਹ ਮੈਂ ਨਿਆਂ ਹੋ ਗਿਆ, ਉਹਨੇ ਮੈਨੂੰ ਤੇਰੇ ਸਾਹਮਣੇ ਸਾਰੀ ਸਟੋਰੀ ਦੱਸ ਦਿੱਤੀ ਕਿ ਜੀ ਮੈਂ ਤੇਰੇ ਪਿਓ ਨੂੰ ਇਸ ਤਰ੍ਹਾਂ ਮਾਰਨ ਗਿਆ, ਅੱਬਾ ਜੀ ਤੇਰੇ ਡੱਕ ਕੱਟ ਰਹੇ ਸਨ, ਵਾਲਿਦ ਸਾਹਿਬ ਮੇਰੇ ਹੁੱਕਾ ਪੀਂਦੇ ਸਨ, ਤੇ ਉਹ ਅਕਸਰ ਕੋਰਟ ਤੋਂ ਆ ਕੇ ਨਾ ਤੇ ਆਪਣੇ ਡੱਕ ਵਗੈਰਾ ਕੱਟ ਕੇ ਨਾ ਆਪਣਾ ਸਮਾਨ ਹੁੱਕੇ ਦਾ ਪੂਰਾ ਕਰਦੇ ਸਨ। ਤੇ ਉਹਨੇ ਕਿਤੇ ਮੇਰੇ ਵਾਲਿਦ ਦਾ ਇਸ ਤਰ੍ਹਾਂ ਚਿਹਰਾ ਦੇਖ ਲਿੱਤਾ ਸੀ। ਫਿਰ ਉਹ ਮੈਨੂੰ ਕਹਿੰਦਾ ਰਿਹਾ, ਫਿਰ ਤੁਹਾਨੂੰ ਦੱਸਿਆ ਕਿ ਉਹਨੇ ਗਰਾਈ ਵਾਟਰ ਦੀਆਂ ਬੋਤਲਾਂ ਮੰਗਵਾ ਲਈਆਂ, ਮੈਨੂੰ ਵੀ ਉਹਨੇ ਪਿਆਈ, ਆਪ ਵੀ ਉਹਨੇ ਪੀਤੀ। ਉਹ ਜ਼ਰਾ ਪੀ ਕੇ ਸਮਝ ਲਓ ਫੌਰੀ ਤੌਰ ਤੋਂ ਤੇ ਉਹਦੇ ਹਿਸਾਬ ਦੇ ਤੇ ਹੈਵੀ ਹੋ ਗਈ। ਤੇ ਮੈਂ ਚੂੰਕਿ ਬੜਾ ਉਹ ਕੁੜਨਾ ਸਾਂ ਤੇ ਬਸ ਇਹੋ ਜਿਹੇ ਕੰਮ ਹੀ ਭੈੜੇ ਚੰਗੇ ਕਰਨਾ ਸਾਂ, ਤੇ ਮੈਂ ਉਹਨੂੰ ਫਿਰ ਉੱਥੇ ਜਾਂਚਿਆ ਗਿਆ ਬੰਦਾ ਕੀ ਚਾਹੁੰਦਾ ਸੀ। ਫਿਰ ਉਹਦੀ ਆਪਣੀ ਬੋਲੀ ਤੁਹਾਨੂੰ ਮੈਂ ਦੱਸਿਆ ਪ੍ਰੋਗਰਾਮ 'ਚ, ਉਹਦੇ ਉਹ ਹਕਾਰ ਦੇ ਲਫ਼ਜ਼ ਜਿਹੜੇ ਸਨ ਨਾ ਉਹ ਮੈਨੂੰ ਜ਼ਿੱਚ ਕਰ ਗਏ। ਮੈਂ ਜ਼ੇਨ ਬਣਾ ਲਿਆ, ਮੈਂ ਦੁਕਾਨ ਆਪਣੀ ਸੇਲ ਕਰ ਦਿੱਤੀ। ਤੁਹਾਨੂੰ ਸਾਰੇ ਪ੍ਰੋਗਰਾਮ ਮੈਂ ਖੁੱਲ੍ਹ ਕੇ ਤੁਹਾਨੂੰ ਦੱਸ ਦਿੱਤਾ ਕਿ ਮੈਂ ਕਿਸ ਤਰ੍ਹਾਂ ਦੁਕਾਨ ਵੇਚੀ। ਉਸ ਦਿਨ ਫਿਰ ਨਾ ਮੈਂ ਕਾਕੇ ਵੱਲ ਜਾਣਾ ਤੇ ਮੈਂ ਕਾਕੇ ਜਾ ਕੇ ਨਾ, ਯਾਰ ਕਾਕੇ ਕੰਮ ਹੈਗਾ। ਕਾਕਾ ਮੇਰੇ ਨਾਲ ਮੋਟਰਸਾਈਕਲ 'ਤੇ ਬਹਿੰਦਾ, ਅੱਗੋਂ ਤੁਹਾਨੂੰ ਕਾਕਾ ਥੋੜ੍ਹੀ ਸਟੋਰੀ ਸੁਣਾਉਂਦਾ ਕੀ ਵਾਕਿਆ ਹੈ। ਐਂ ਹੀ ਹੈ ਕਿ ਮੇਰੇ ਕੋਲ ਤੁਸੀਂ ਆਂਦੇ ਹੋ, ਮੈਨੂੰ ਬਹਾ ਕੇ ਨਾਲ ਲੈ ਜਾਂਦੇ ਹੋ ਕਿ ਇੱਕ ਜਗ੍ਹਾ ਦੇ ਉੱਤੇ ਜਾਣਾ ਹੈ, ਠੀਕ ਹੈ ਕਿ ਨਹੀਂ। ਅਸੀਂ ਚਲੇ ਗਏ ਹਾਂ ਤੇ ਕਰਦੇ ਕਰਦੇ ਤੁਸੀਂ ਮੈਨੂੰ ਕਿਹਾ ਕਿ ਯਾਰ ਅੱਬਾ ਜੀ ਦੇ ਕਾਤਲ ਦਾ ਪਤਾ ਲੱਗ ਗਿਆ। ਪਹਿਲੇ ਮੈਂ ਤੈਨੂੰ ਕਿਹਾ, ਮੈਂ ਕਿਹਾ ਕਿ 307 ਕਰਨੀ ਹੈ, ਤੂੰ ਕਿਹਾ ਕੌਣ ਹੈ? ਹਾਂ ਕੌਣ ਹੈ। ਫਿਰ ਉਸ ਤੋਂ ਬਾਅਦ ਬਿਲਕੁਲ ਜੀ ਲੌਂਗ ਟਾਈਮ ਗੁਜ਼ਰ ਗਿਆ, ਵਿੱਚੋਂ ਕੁਝ ਗੱਲਾਂ ਯਾਦ ਰਹਿੰਦੀਆਂ ਨੇ, ਕੁਝ ਭੁੱਲ ਵੀ ਜਾਂਦੀਆਂ ਨੇ। ਲੇਕਿਨ ਇਹ ਹੀ ਸੀ ਕਿ ਫਿਰ ਜਿਸਲੇ ਇਹਨੇ ਕਿਹਾ ਨਹੀਂ ਬੰਦਾ ਮਾਰਨਾ, ਮੈਂ ਕਿਹਾ ਕੋਈ ਗੱਲ ਨਹੀਂ ਮਾਰ ਦਿੰਦੇ ਆ, ਨਾਲ ਆ ਤੇਰੇ, ਠੀਕ ਹੈ। ਕਾਕੇ ਨੇ ਪੁੱਛਿਆ ਕੌਣ ਹੈ? ਕੌਣ ਹੈ? ਇਹਨੇ ਕਿਹਾ ਜਿਸ ਬੰਦੇ ਨੂੰ ਮੈਂ ਮਿਲਾਂਗਾ ਨਾ ਜਾ ਕੇ, ਜਿਸ ਬੰਦੇ ਨਾਲ ਹੱਥ ਮਿਲਾਵਾਂਗਾ, ਸਮਝੀ ਉਹੀ, ਠੀਕ ਹੈ ਕਿ ਨਹੀਂ। ਉਹ ਟਾਈਮ ਐਸਾ ਹੈਗਾ ਸੀ ਕਿ ਪਿਆਰ ਬੜੇ ਗੂੜੇ ਹੁੰਦੇ ਸਨ, ਕਿ ਇੱਕ ਚੀਜ਼ ਹੈਗੀ ਸੀ ਕਿ ਮੈਂ ਬਚਪਨ ਵਿੱਚ ਜਵਾਨ ਹੀ ਇੱਥੇ ਹੋਇਆ, ਖੇਡੇ, ਮੇਰੀ ਦੋਸਤੀ ਇੱਥੇ ਸੀ। ਮੈਨੂੰ ਪਤਾ ਸੀ ਕਿ ਇਹਨਾਂ ਨਾਲ ਜ਼ਿਆਦਤੀਆਂ ਹੋਈਆਂ, ਬਹੁਤ ਜ਼ਿਆਦਤੀਆਂ। ਉਹ ਟਾਈਮ ਇੰਝ ਹੈਗਾ ਸੀ ਕਿ ਹਰ ਬੰਦਾ ਸਾਨੂੰ ਮਤਲਬ ਕਿ ਖਾਣ ਨੂੰ ਪੈਂਦਾ ਸੀ ਕਿ ਜਦੋਂ ਬਾਪ ਕਤਲ ਹੋ ਜਾਵੇ, ਭਰਾ ਚਲਾ ਜਾਵੇ ਦੁਨੀਆ ਦੇ ਉੱਤੋਂ, ਜਵਾਨ ਹੀ ਘਰ ਪੂਰਾ ਡਿਸਟਰਬ ਹੋ ਜਾਂਦਾ। ਫਿਰ ਮਾਂ ਸਾਡੀ ਛੇਤੀ ਸਾਨੂੰ ਕਹਿੰਦੀ ਸੀ ਵੇ ਪਿਓ ਦੇ ਕਤਲ ਦਾ ਬਦਲਾ ਲੈ, ਨਹੀਂ ਤਾਂ ਤੈਨੂੰ ਮੈਂ ਆਪਣਾ ਖੂਨ ਨਹੀਂ ਬਖਸ਼ਣਾ। ਇਹ ਮੇਰੀ ਵਾਲਦਾ ਨਾ 2-3 ਦਫਾ ਨਾ ਕਾਕਾ ਨਾਲ ਮੇਰੇ ਦਰਵਾਜ਼ੇ ਦੇ ਅੱਗੇ ਖੜਾ ਤੇ ਮੇਰੀ ਵਾਲਦਾ ਕਹਿੰਦੀ ਬਾਹਰ ਦੀ ਖਤਮਾਂ ਨਾ ਖਾਣਾ, ਜੇ ਇੰਨਾ ਕੁਛ ਕਰ ਦਿਓ। ਵੇ ਕਾਕੇ ਤੁਸੀਂ ਲੱਭੋ ਨਾ ਕੌਣ ਹੈਗਾ, ਕਿਹਨੇ ਮਾਰਿਆ ਮੇਰੇ ਹਾਮਦ ਨੂੰ, ਇਹਨਾਂ ਦੇ ਅੱਬਾ ਨੂੰ ਕਿਹਨੇ ਮਾਰਿਆ। ਯਾਨੀ ਇਸ ਤਰ੍ਹਾਂ ਨਾ ਸ਼ਰੀਫ ਔਰਤ, ਇੱਕ ਹੁੰਦਾ ਨਾ ਕਿ ਅੱਲਾ ਮਾਫੀ ਦੇ, ਜਿਸ ਤਰ੍ਹਾਂ ਮੈਂ ਕਹਿੰਦਾ ਦਰਾਚੀਆਂ ਰੰਨਾ, ਉਹ ਕੰਮ ਨਹੀਂ। ਇੰਤਹਾਈ ਸ਼ਰੀਫ ਖਾਤੂਨ, ਕਾਕੇ ਨੂੰ ਪੁੱਛੋ। ਤੇ ਬਸ ਉਹ ਵੀ ਕਹਿੰਦੀ ਕਿ ਮੇਰੇ ਖਾਵੰਦ ਨਾਲ ਜ਼ਿਆਦਤੀ। ਹਾਲਾਂਕਿ ਮੇਰਾ ਉਸ ਉਹ ਕੌਣ ਸੀ, ਕੀ ਸੀ, ਕੀ ਨਹੀਂ, ਮੈਨੂੰ ਇੰਨਾ ਪਤਾ ਸੀ ਕਿ ਇਹ ਉਹ ਲੋਕ ਨੇ ਕਿ ਜਿਹੜੇ ਪੈਸੇ ਲੈ ਕੇ ਬੰਦੇ ਮਾਰਦੇ ਨੇ, ਠੀਕ ਹੈ। ਅੰਦਰੋਂ ਕ੍ਰਿਮੀਨਲ ਲੋਕਾਂ ਨਾਲ ਇਹਨਾਂ ਦੇ ਕੰਟਰੈਕਟ ਨੇ। ਔਰ ਕਈ ਬੰਦੇ, ਅਸੀਂ ਜਦੋਂ ਇਹ ਕੰਮ ਕਰ ਦਿੱਤਾ ਹੈ ਤੇ ਗੁਨਾਹ ਸੀ, ਲੇਕਿਨ ਅਸੀਂ ਜੇ ਦਿੱਲੀ 'ਚ ਇਹ ਸੀ ਕਿ ਜੇ ਹੱਕ ਸੱਚ ਤੇ ਗਏ ਨਾ ਅਸੀਂ, ਤੇ ਸਾਨੂੰ ਤੱਤੀ ਹਵਾ ਵੀ ਨਹੀਂ ਲੱਗਣੀ। ਤੇ ਅੱਜ ਅਸੀਂ ਤੁਹਾਡੇ ਸਾਹਮਣੇ ਮੌਜੂਦ ਬੈਠੇ ਹਾਂ। ਮੌਜੂਦ, ਬੇਸ਼ੱਕ ਜੀ ਬੇਸ਼ੱਕ। ਬੜਾ ਮੈਂ ਮੁਤਮਿਨ ਸਾਂ। ਮੈਂ ਬਾਜ਼ਾਰ 'ਚ ਜਦੋਂ ਤੁਹਾਨੂੰ ਮੈਂ ਸੁਣਾਈ ਸਟੋਰੀ ਲਗਾ, ਮੈਂ ਤੁਹਾਨੂੰ ਇਨ ਸ਼ਾਰਟ ਦੱਸ ਦੇਣਾ, ਇਹ ਨਾ ਕਹਿਣਾ ਕਿ ਪਤਾ ਨਹੀਂ ਕਾਕੇ ਦੀ ਗੈਰ ਮੌਜੂਦਗੀ ਮੈਂ ਝੂਠ ਸੱਚ ਮਾਰੇ ਨੇ। ਤੇ ਮੈਂ ਇੱਕ ਹੋਰ ਮੈਨੂੰ ਗੱਲ ਯਾਦ ਆ ਗਈ ਕਿ ਲੌਕਅਪ ਦੇ ਵਿੱਚ ਤਫਤੀਸ਼ ਦੇ ਦੌਰਾਨ ਮੈਨੂੰ ਜਿਸ ਬੰਦੇ ਨੇ ਪੇਸ਼ ਕਰਾਇਆ ਸੀ ਨਾ, ਉਹਨੂੰ ਲਾਹੌਰ ਦੀ, ਪੰਜਾਬ ਦੀ, ਕਿ ਤੁਹਾਡੇ ਲਾਹੌਰ ਦੀ ਸਾਰੀ ਪੁਲਿਸ ਜਾਣਦੀ ਸੀ, ਚੰਗੇਜ਼ ਸ਼ਾਹ ਸਾਹਿਬ। ਉਹਨਾਂ ਦਾ ਨਾਮ ਸੀ ਚੰਗੇਜ਼ ਸ਼ਾਹ, ਵਾਰਸ ਰੋਡ ਵਾਲੇ। ਉਹਨਾਂ ਨੇ ਮੈਨੂੰ ਪੇਸ਼ ਕਰਾਇਆ ਸੀ ਸ਼ਫਕਾਤ ਸਾਹਿਬ ਕੋਲ। ਤੇ ਜਿਸਲੇ ਉਹਨੇ ਕਿਹਾ ਤੇਰਾ ਯਾਰ ਹੈ, ਕਿੰਨਾ ਕੁ ਯਾਰ ਹੈ? ਮੈਂ ਕਿਹਾ ਮੇਰਾ ਯਾਰ ਹੈ। ਤੇ ਉਹਨੇ ਕਿਹਾ ਜਿਸ ਦਿਨ ਉਹ ਫੜਿਆ ਗਿਆ ਨਾ, ਜੇ ਉਹਨੇ ਤੇਰੇ ਹੱਕ 'ਚ ਬਿਆਨ ਦੇ ਦਿੱਤਾ ਤੈਨੂੰ ਮੈਂ ਥਾਣੇ ਹੀ ਡਿਸਚਾਰਜ ਕਰਾ ਲਾਂਗਾ। ਤੇ ਮੇਰਾ ਸੱਜਣ ਆਇਆ ਤੇ ਮੇਰੇ ਸੱਜਣ ਨੇ ਬਿਆਨ ਨਹੀਂ ਦਿੱਤਾ, ਲਿਖ ਕੇ ਦੇ ਦਿੱਤਾ ਕਿ ਇੱਧਰ ਲਿਆ, ਮੈਂ ਲਿਖ ਕੇ ਦੇਣਾ ਤੈਨੂੰ, ਲਿਖ ਕੇ ਦਿੱਤਾ। ਹੁਣ ਤੁਸੀਂ ਇਹ ਦੇਖ ਲਓ ਕਿ ਇਹਨੂੰ ਮੈਂ ਨਹੀਂ ਗੱਲ ਸਿਖਾਈ ਗਿਆ, ਗੱਲ ਤੂੰ ਕਰ ਰਹੀ ਹੈ ਜੈਨੂਇਨ ਜੇ। ਤਫਤੀਸ਼ੀ ਮੇਰੇ ਕੋਲ ਆਇਆ, ਸ਼ਾਹ ਸਾਹਿਬ ਨੇ ਜਦੋਂ ਪੇਸ਼ ਕਰਵਾਇਆ ਨਾ, ਚੰਗੇਜ਼ ਸ਼ਾਹ ਸਾਹਿਬ ਨੇ, ਸਾਰਾ ਪੰਜਾਬ ਕਮ ਅਜ਼ ਕਮ ਉਹਨਾਂ ਨੂੰ, ਲਾਹੌਰ ਤੇ ਸਾਰਾ ਹੀ ਜਾਣਦਾ ਨਾ। ਬੜੇ ਵੱਡੇ ਉਹਨਾਂ ਦੇ ਨਿਜ਼ਾਮ ਸਨ, ਜਿਹੜੇ ਬਿੱਲਾ ਟਰੱਕਾਂ ਵਾਲੇ ਦੇ ਕੇਸ ਵਿੱਚ ਜਿਹੜੇ ਸ਼ਹਾਦਤੀ ਸਨ, ਗਾਲਬਨ ਕੇ ਪਤਾ ਨਹੀਂ ਮੁੱਦਈ ਸਨ, ਉਹਨਾਂ ਦਾ ਮਰਡਰ ਕਰ ਦਿੱਤਾ ਗਿਆ ਸੀ ਨਾ। ਉਹ ਚੰਗੇਜ਼ ਸ਼ਾਹ ਸਾਹਿਬ ਨੂੰ ਕਹਿੰਦੇ ਨੇ ਕਿ ਜੇ ਤੇਰਾ ਸੱਜਣ ਪੇਸ਼ ਹੋਇਆ ਨਾ, ਜਿਹਦੀ ਖਾਤਰ ਤੂੰ ਇਹ ਕੰਮ ਕੀਤਾ, ਉਹਦੇ ਨਾਲ ਗਿਆ, ਉਹਦਾ ਤੂੰ ਮੇਰਾ ਮਤਲਬ ਉਹਦੇ ਨਾਲ ਤੂੰ ਉਹਦਾ ਸਵਾਰ ਬਣਿਆ, ਉਹਨੇ ਐਡਾ ਵੱਡਾ ਵਾਕਿਆ ਕਰਤਾ, ਤੇ ਜੇ ਉਹ ਆ ਕੇ ਤੇਰੇ ਖਿਲਾਫ ਬਿਆਨ ਨਹੀਂ ਨਾ ਦੇਗਾ ਤੇ ਮੈਂ ਤੈਨੂੰ ਮੰਨ ਜਾਵਾਂਗਾ, ਤੇ ਜੇ ਦੇ ਦੇਗਾ ਫਿਰ ਉਹ ਤੇਰਾ ਸੱਜਣ ਹੀ। ਮੈਂ ਜਿਸ ਦਿਨ ਪੇਸ਼ ਹੋਵਾਂ ਤਾਂ ਪੇਸ਼ ਹੋ ਕੇ ਪਹਿਲੇ ਦਿਨ ਹਵਾਲਾ 'ਚ ਗਿਆ ਵਾਂ, ਤਫਤੀਸ਼ੀ ਆਇਆ, ਉਹਨੇ ਕਿਹਾ ਜੀ ਕੀ ਮਾਮਲਾ ਹੈ? ਹਾਂ ਵੀ ਦੱਸ ਕੀ ਮਾਮਲਾ? ਮੈਂ ਕਿਹਾ ਮਾਮਲਾ ਕੀ, ਪੈਨਸਲ ਕਾਪੀ ਦਿਓ ਮੈਂ ਤੁਹਾਨੂੰ ਲਿਖ ਦੇਣਾ। ਉਹਨੇ ਮੈਨੂੰ ਪੈਨਸਲ ਕਾਪੀ ਦੇ ਦਿੱਤੀ। ਮੈਂ ਉਰਦੂ ਬੜਾ ਪਿਆਰਾ ਔਰ ਐਡਾ ਖੂਬਸੂਰਤ ਮੈਨੂੰ ਖਾਤਰਨਾਮਾ ਲਿਖਿਆ ਹੈ ਕਿ ਯਕੀਨ ਕਰੋ ਲੱਗਦੇ ਨਹੀਂ ਕਿ ਬੰਦੇ को ਜਬਰੀ ਲਿਖਵਾਇਆ ਗਿਆ, ਮੁਹੱਬਤ ਨਾਲ ਲਿਖਿਆ ਨਾ, ਇਕਬਾਲ ਜੁਰਮ ਕੀਤਾ। ਇਹ ਮੈਨੂੰ ਕਾਕਾ ਕਹਿੰਦਾ ਇਹਦੇ ਨਾਲ ਤੈਨੂੰ ਪਤਾ ਕੀ ਹੈਗਾ? ਮੈਂ ਕਿਹਾ ਯਾਰ ਅੱਬਾ ਜੀ ਨੂੰ ਜੇ ਜਾ ਕੇ ਮਿਲਾਂਗਾ ਨਾ, ਉਹਨਾਂ ਨੂੰ ਮੈਂ ਕਹਿ ਸਕਾਂ ਅੱਬਾ ਜੀ ਦੇਖ ਲਓ ਤੁਹਾਡੇ ਸਾਹਮਣੇ ਤੁਹਾਡਾ ਬਦਲਾ ਲੈ ਕੇ ਆਇਆ। ਐਡਾ ਯਾਨੀ ਕਿ ਤੁਸੀਂ ਇਹਨੂੰ ਕਹਿ ਲਓ ਗਰੂਰ ਨਹੀਂ ਕਹਿ ਸਕਦੇ, ਇਹਨਾਂ ਨੂੰ ਤੋਬਾ ਮੇਰੀ ਆਸਾ, ਗਰੂਰ ਵਾਲਾ ਲਫ਼ਜ਼ ਨਹੀਂ ਇਸਤੇਮਾਲ ਕਰਨਾ, ਪ੍ਰਾਊਡ ਸੀ।
कि यार मैं अपने वालिद साहब का मेरा मतलब असल बंदा असल कातल जिन्हें दुनियादारी ਦੀਆਂ ਚੀਜ਼ਾਂ ਇੱਕ ਕਲਾਸ਼ਨਕੋਵ ओवर 40,000 रुपये किसी बंदे ने ਉਹਦੀ ਕਮਿਟਮੈਂਟ ਹੋਈ तो उन्हें मेरे वालिद ਨੂੰ फायर मार ਦਿੱਤਾ मेरे वालिद ਦੀ ਉਹਦੇ ਨਾਲ ਕੋਈ ਮੁਖਾਲਫਤ ਨਹੀਂ ਸੀ ਤੇ ਉਸ ਬੰਦੇ ਨੇ ਪਹਿਲੇ ਵੀ 4-5 ਮਰਡਰ ਕੀਤੇ ਨੇ 8 9 10 ਵੀ ਉਹਦੇ ਡਕੈਤੀਆਂ ਨੇ ਤੇ ਬੜਾ ਖਤਰਨਾਕ ਔਰ ਬਹੁਤ ਤਗੜਾ ਤੇ ਫਿਰ ਅੱਲਾਹ ਤਾਲਾ ਇਜ਼ਾਤ ਜਦੋਂ ਦੇਖੋ ਨਾ ਉਹ ਡਾਇਲੌਗ ਬੋਲਦਾ ਸੀ ਕਿ ਮੈਂ ਪਰ ਵੱਢਣ ਗਿਆ ਵਾਂ ਤੇ ਤੂੰ ਅਗਰ ਸ਼ੀਸ਼ੇ ਸਾਫ਼ ਕਰ ਰਿਹਾ ਮਿਊਜ਼ਿਕ ਸੈਂਟਰ ਦੇ ਤੇ ਮੈਂ ਕਿਹਾ ਬਾਲ ਇਹਨੇ ਮੈਨੂੰ ਕੀ ਕਹਿਣਾ ਤੇ ਯਾਰ ਜੇ ਮੈਂ ਸ਼ੀਸ਼ੇ ਸਾਫ਼ ਕਰ ਰਿਹਾ ਤਾਂ ਇਹਦਾ ਮਤਲਬ ਹੈਗਾ ਮੈਂ ਆਪਣੇ ਪਿਓ ਦਾ ਬਦਲਾ ਹੀ ਨਹੀਂ ਲਾਂਗਾ ਇਹ ਵੱਖਰੀ ਸਟ੍ਰੈਟਜੀ ਮੈਨੂੰ ਨਹੀਂ ਇਹਦੀ ਸਮਝ ਆਈ ਇਸ ਗੱਲ ਦੀ ਇਹੋ ਜਿਹੇ ਡਾਇਲੌਗ ਉਹਨੇ ਮੇਰੇ ਨਾਲ ਬੋਲੇ ਹੋਏ ਸਨ ਫਿਰ ਬਹਰਹਾਲ ਉਹ ਜਦੋਂ ਜਨਮ ਵਾਸਲ ਹੋ ਗਿਆ ਮੇਰੇ ਕਾਗਜ਼ਾਂ 'ਚ ਬਾਕੀ ਅੱਲਾਹ ਤਾਲਾ ਅਗਰ ਉਹ ਕੀ ਕਹਿੰਦੇ ਨੇ ਉਹਦੇ ਦਿਲ 'ਚ ਉਹਨੇ ਆਪਣੇ ਕੋਲ ਮਾਫੀ ਮੰਗ ਲਈ ਸੀ ਪਰ ਅੱਲਾਹ ਵੀ ਬਿਹਤਰ ਫੈਸਲਾ ਕਰਨ ਵਾਲੇ ਨੇ ਲਿਹਾਜ਼ਾ ਮੈਂ ਜ਼ਰਾ ਜਿੰਨਾ ਪਸ਼ੇਮਾਨ ਨਹੀਂ ਫਿਰ ਇੱਕ ਦਿਨ ਨਾ ਕਾਕੇ ਨੂੰ ਖਤ ਆਉਂਦਾ ਇੱਕ ਨਾ ਖਤ ਆਇਆ ਕਾਕੇ ਉਹ ਵੀ ਗੱਲ ਸੁਣਾਦਾ ਹਾਂ ਜੀ ਮੇਰੀ ਸਿਸਟਰ ਮੈਨੂੰ ਖਤ ਲਿਖ ਕੇ ਅੰਦਰ ਭੇਜਦੀ ਹੈ ਹਵਾਲਾਤ ਦੇ ਵਿੱਚ ਨਾ ਜੋ ਅਸੀਂ ਹਵਾਲਾ 'ਚ ਬੈਠੇ ਹਾਂ ਕਿ ਤੇਰਾ ਕਿਸੇ ਨੇ ਕੀ ਵਿਗਾੜਿਆ ਸੀ ਤੂੰ ਕੀ ਆਪਣੀ ਚੱਲਦੀ ਲਾਈਫ ਖਰਾਬ ਕਰ ਦਿੱਤੀ ਤੂੰ ਕਿਉਂ ਇਹ ਕੰਮ ਕੀਤਾ ਬਸ ਤੇ ਭੈਣਾਂ ਮਤਲਬ ਕਿ ਗੱਲਾਂ ਕਰਦੀਆਂ ਹੁੰਦੀਆਂ ਨੇ ਠੀਕ ਹੈ ਛੋਟੀ ਭੈਣ ਸੀ ਪਿਆਰ ਬੜਾ ਕਰਦੀ ਸੀ ਤੇ ਉਹਨੇ ਖਤ ਲਿਖਿਆ ਹੁਣ ਤਾਂ ਮੈਨੂੰ ਕੁਝ ਗੱਲਾਂ ਯਾਦ ਵੀ ਨਹੀਂ ਗਈਆਂ ਕਿ ਤੂੰ ਹੱਥ ਪੜ ਕੇ ਸੁੱਟ ਦਿੱਤਾ ਤੇ ਮੈਂ ਜਾਗ ਚੁੱਕਿਆ ਮੈਂ ਕਿਹਾ ਅੱਗੇ ਕੀ ਹੈਗਾ ਮੈਂ ਪੜ ਲਿਆ ਫਿਰ ਜਦੋਂ ਅਸੀਂ ਪੇਸ਼ ਹੋਇਆ ਮੱਥੇ ਗਵਾਲੇ ਜੁਰਮ ਕਰ ਦਿੱਤਾ ਗੱਲ ਹੁੰਦੀ ਹੈ ਕਿ ਅਗਰ ਤੁਸੀਂ ਆਪਣੇ ਇਲੀਗਲ ਬੈਨੀਫਿਟ ਲਈ ਮੈਂ ਕਾਕੇ ਨੂੰ ਇਸਤੇਮਾਲ ਕਰਦਾ ਮੁੜ ਕੇ ਕਾਕੇ ਨੂੰ ਹੱਲਾ ਸ਼ੇਰੀ ਦਾ ਮੇਰਾ ਇਹੋ ਜਿਹਾ ਦੋਸਤ ਮੈਂ ਕਹਿੰਦਾ ਨਾ ਤੂੰ ਆਪਣੇ ਤੇ ਲੈ ਤੇ ਕਾਕੇ ਨੇ ਲੈ ਲੈਣਾ ਸੀ ਇਹਨੇ ਆਪਣੇ ਘਰ ਦਾ ਨਹੀਂ ਸੀ ਦੇਖਣਾ ਇੰਨਾ ਮੇਰੀ ਮੁਹੱਬਤ ਦੇ ਵਿੱਚ ਗ੍ਰਿਫਤਾਰ ਸੀ ਕਾਕਾ ਤੇ ਮੈਂ ਕਾਕੇ ਨੂੰ ਮੈਂ ਕਿਹਾ ਘਬਰਾਉਣਾ ਨਹੀਂ ਕੋਈ ਗੱਲ ਨਹੀਂ ਮੈਂ ਕਿਹਾ ਯਾਰ ਮੇਰਾ ਵਾਲਦ ਸੀ ਤੇ ਮੈਂ ਤੇ ਵਾਲਦ ਦੇ ਜਨਾਜ਼ੇ ਤੇ ਮੈਂ ਆਪਣੇ ਆਪ ਨੂੰ ਕਿਹਾ ਸੀ ਮੈਂ ਕਿਹਾ ਲੈ ਬਈ ਇਹ ਅਗਰ ਕੋਈ ਵੱਡਾ ਸੌਦਾ ਹੈ ਨਾ ਵੱਡਾ ਹੈਵੀ ਜਹਾਜ਼ ਬਹਿਣ ਵਾਲਾ ਤੇ ਥੱਲੋਂ ਦੀ ਫਾਇਰ ਮਾਰੀ ਭਾਵੇਂ ਗੋਲੀ ਤੇ ਪਹੁੰਚੇ ਨਾ ਪਹੁੰਚੇ ਮੈਂ ਤੇ ਅੱਜ ਵੀ ਇਹ ਗੱਲ ਕਹਿਣਾ ਬੜਾ ਜ਼ਿੰਦਗੀ 'ਚ ਮੈਂ ਕਸ਼ਟ ਕੱਟਿਆ ਬੜੀਆਂ ਪ੍ਰੋਬਲਮਾਂ ਦੇਖੀਆਂ ਉਹ ਇੱਕ ਔਨ ਦੀ ਰਿਕਾਰਡ ਹੈ ਵੀ ਕਹਿ ਦਿੰਦੇ ਆ ਕਿ ਮੇਰੇ ਗ੍ਰਿਫਤਾਰ ਨਹੀਂ ਸੀ ਅਸੀਂ ਹੁਣ ਤੱਕ ਗ੍ਰਿਫਤਾਰ ਹੈਗੇ ਤੁਹਾਡੇ ਇਸ਼ਕੀ 'ਚ ਨਹੀਂ ਮੇਰਾ ਭਰਾ ਹੈ ਨਹੀਂ ਉਦੋਂ ਕਾਕੇ ਉਦੋਂ ਦੀ ਗੱਲ ਤਾਂ ਮੈਂ ਦੱਸਣਾ ਕਿ ਉਦੋਂ ਤੂੰ ਜ਼ਾਰਾ ਜ਼ਰੀਨ ਜਵਾਨੀ ਹੁੰਦੀ ਨਾ ਜਵਾਨੀ ਬਿਲਕੁਲ ਤੈਨੂੰ ਮੈਨੂੰ ਪਤਾ ਤੂੰ ਮੇਰੇ ਨਾਲ ਕੀ ਦਾ ਉਹ ਮਾਹੌਲ ਤੇ ਅੱਜ ਵੀ ਹੱਸਣਾ ਤੇਰੇ ਬੇਟਾ ਤੇਰਾ ਬੈਠਾ ਸਾਹਮਣੇ ਮੇਰੇ ਸਾਡੇ ਪੁੱਤਰਾਂ ਆ ਰਹੇ ਉਹਨਾਂ ਸਾਰਿਆਂ ਨੂੰ ਪਤਾ ਇਹਨਾਂ ਗੱਲਾਂ ਦਾ ਲੇਕਿਨ ਮੈਂ ਗੱਲ ਦੱਸਣਾ ਕਿ ਉਸ ਟਾਈਮ ਤੈਨੂੰ ਮੈਂ ਕਹਿੰਦਾ ਇੱਕ ਬਾਲੇ ਜੁਰਮ ਕਰ ਤੂੰ ਆਂਦੇ ਕਹਿੰਦੇ ਮੈਂ ਕੀਤਾ ਤੇ ਮਕਸਦ ਗੱਲ ਕਰਨ ਦਾ ਹੈਗਾ ਮੈਂ ਇਸਤੇਮਾਲ ਨਹੀਂ ਕੀਤਾ ਅਸੀਂ ਦੋਸਤਾਂ ਭਰਾਵਾਂ ਹੱਕ ਸੱਚ ਦੇ ਮਾਮਲੇ ਦੇ ਉੱਤੇ ਹਾਈਏ ਵੀ ਅਸੀਂ ਉਹਦੇ ਨਾਲ ਆ ਅੱਲਾ ਦੇ ਹੁਕਮ ਬਿਲਕੁਲ ਸਹੀ ਇਹ ਦੋਸਤੀ ਆ ਮੁਹੱਬਤ ਜਿਹੜੀ ਨਾ ਇਹ ਕਿਆਮਤ ਤੱਕ ਨਹੀਂ ਜੇ ਮਿਲ ਸਕਦੀ ਕਾਕਾ ਮੇਰੇ ਨਾਲ ਜੇਲ੍ਹ ਗਿਆ ਕਾਕਾ ਮੈਨੂੰ ਕਹਿੰਦਾ ਚੌਧਰੀ ਗੱਲ ਸੁਣ ਹਰ ਚੀਜ਼ ਬਰਦਾਸ਼ਤ ਹੋਏਗੀ ਸਿਗਰਟ ਬਰਦਾਸ਼ਤ ਨਹੀਂ ਹੋਣਾ ਮੈਂ ਕਿਹਾ ਕਾਕੇ ਮੈਂ ਤਾਂ ਸਿਗਰਟ ਪੀਂਦਾ ਹੀ ਨਹੀਂ ਸਾਂ ਮੈਂ ਬਹੁਤ ਕੰਮ ਇੱਕ ਦੋ ਸਿਗਰਟ ਪੀ ਲੈਂਦਾ ਸਨ ਤੇ ਮੈਂ ਕਾਕੇ ਦੇ ਸਿਗਰਟ ਮੈਂ ਸੈਪਰੇਟ ਰੱਖੇ ਹੋਣੇ ਕਾਕਾ ਪਹਿਲਵਾਨ ਤੇਰੇ ਸਿਗਰਟ ਨੇ ਕਾਕਾ 1 ਮਹੀਨਾ 28-29 ਦਿਨ ਰਿਹਾ ਅੰਦਰ ਅੱਲਾਹ ਤਾਲਾ ਨੇ ਇਹਨੂੰ ਰਿਹਾ ਕਰ ਦਿੱਤਾ ਫਿਰ ਕਾਕਾ ਬਾਹਰ ਆਇਆ ਤੇ ਕਾਕੇ ਨੂੰ ਮੇਰੇ ਨਾਲ ਠੰਡੀਆਂ ਹਵਾਵਾਂ ਆਈਆਂ ਨੇ ਠੰਡੀਆਂ ਯਖ ਹਵਾਵਾਂ ਜੀ ਹੁਣ ਤੱਕ ਆ ਰਹੀਆਂ ਨੇ ਔਰ ਖੁਸ਼ ਹੋ ਰਿਹਾ ਅੱਲਾਹ ਤਾਲਾ ਤੈਨੂੰ ਸਿਹਤ ਦੇਵੇ ਤੰਦਰੁਸਤੀ ਦੇਵੇ ਆਪਣੇ ਬੱਚਿਆਂ ਦੇ ਉੱਤੇ ਸਲਾਮਤ ਰਹਿਣ ਸਾਰੇ ਹੀ ਜਿੰਨੇ ਯਾਰ ਦੋਸਤ ਹੈਗੇ ਨੇ ਖਿਆਤ ਬਹਰਹਾਲ ਅਸੀਂ ਕਿਸੇ ਦਾ ਬੁਰਾ ਨਹੀਂ ਸੋਚਦੇ ਸਾਡਾ ਕੋਈ ਨਾ सोचे बस अब नाज़रीन मैं आपको ना कुछ चीज़ें ऐसी बताता हूँ जो चीज़ें जो है ना आने वाले वक्त में जो है ना मुस्तकबिल में बच्चों के बड़े काम आएंगी मेरी बात आपने याद रखनी है कभी भी ज़िंदगी में हक सच की आप जंग लड़ेंगे ना तो कुदरत वैसे ही आपके साथ होगी बिल्कुल ये मेरी बात ये तयशुदा बात है आपको दुआ करने की ज़रूरत नहीं है अगर आपकी नीयत सही है किसी अच्छे काम के लिए आप कर रहे हैं कोई एफर्ट भी किसी किस्म की कर रहे हैं तो कुदरत जो है वो आपके साथ है ये बात जो है ना ये बिलीव रखें इसके ऊपर ना और दूसरी बात ये अगर आप किसी का बुरा सोचेंगे ना मिसाल के तौर पे जैसे ये मेरा भाई था ये मेरे साथ चला है मैंने जाकर अपने वालिद साहब का बदला लिया ये बाहर शामनगर रोड पे आप अंदर एंटर हो ना तो किसी से यहाँ पे पूछिएगा आप इस तरह की बातें ये वायलेशन के ज़िम्मे में आती हैं कि मैं बैठ के यहाँ पे आपको सुनाऊँ जिस तरह वो दुनिया से गया है ना मैं कहता हूँ ये मुकाम इबरत है उन अफराद के लिए जो पैसे लेकर किसी को मारते हैं उसको इतने बुरे तरीके से अल्लाह ताला ने अपने पास बुलाया और सारी दुनिया सारा इलाका जो इस चीज़ का गवाह है तो वो क्या था नीयत भी सही थी और वो फतूर भी नहीं था ना कि ये नहीं था कि दोस्त को इस्तेमाल कर जाऊँ असद प्रिंस आप इनसे पूछें और मेरे साथ उसकी ख्वाहिश थी असद जो है ना मेरे पास उस वक्त ये रिवाज गार्डन वाला काम कर चुका हुआ था मेरे पास आता था और उसकी ये ख्वाहिश थी शाहिद भाई आर्डर लगाओ तो रईस कालिया मेरा दोस्त था सारी दुनिया को पता है काके से पूछ लें इस्लामिया पार्क में 24 घंटे हम उसकी GTO 1 to 5 के ऊपर घूम रहे होते थे तो इतने ख़तरनाक लोग जिनके ऊपर समझ लें कि हेडमनी तो नहीं थी लेकिन हेडमनी से कम वाले काम भी नहीं थे रईस कालिया आप उसके प्रोग्राम खोलें असद प्रिंस की आप देखें सारे ये नाम मैंने यूट्यूब के ऊपर डाले हैं इससे पहले किसी को इन करैक्टरों का पता नहीं आपको पता है नुमान खोखर बेचारा एक काम करता था वो बड़े अच्छे बनाता था कॉन्टेंट ना तो मैंने उसको मदर तिब्बी के बारे में बताया था कि ये करैक्टर है
पहली वीडियो नुमान खोखर ने लगाई और उससे मेरा नाम उसने लिया हुआ है ना कि शाहिद चौधरी ने ये बात बताई कि वो ज़ियाउल हक के तैयारे वाली, तो वो राना मकबूल साहब की ज़िंदगी में मैंने प्रोग्राम लगाया हुआ था। खैर, बात करने का मतलब ये है कि कोई भी काम आप करते हैं ना, इन बातों को आपने सुन के ये नहीं समझना कि अगर आपके साथ कोई इंसिडेंट हुआ है तो आप फ़ौरन या मैं बदला ले लूँगा। शाहिद चौधरी साहब ने भी ले लिया, और भैया इसके लिए कुछ फिंगर टिप्स हैं, ये बातें आपने याद रखनी हैं। एक, अगर आपके घर में कोई बहनें बैठी हैं ना कुंवारी, जो आपको नज़र आ रहा है कि ये 2-4 साल बाद इनकी शादी होने वाली है, आपने बदला नहीं लेना। अगर आपको नज़र आता है कि माँ या बहन भाइयों में कोई पैरालाइज है, बीमार है, उनका सारे घर का बोझ, उनकी दवाइयाँ, मेडिसिन आपके सर पे है, आपने बदला नहीं लेना। अगर आपको ये नज़र आता है कि मेरी फसल पक चुकी है, पैसे आ गए ने वाधू, मेरे पैरा थले पैसे, फिर आप चांस ले लें। यहाँ पे मैंने क्या कहा, चांस ले लें, और वक्त का तयन करने में गलती नहीं करनी आपने। वक्त जो होगा ना उस वक्त किस तरह का होगा ये आप बेहतर जानते हैं, उसका तयन करने में गलती नहीं करनी। और दूसरा, फसल पकने का इंतज़ार करना है। ये जो है ना इंतकाम, ये ऐसी शराब होती है जो जितनी पुरानी हो जाए ना, इतने इसके जो है ना, इसका नशा भी ज़्यादा हो जाता है और इसकी वैल्यू भी इतनी बढ़ जाती है। इंतकाम जो है ना कभी बूढ़ा नहीं होता, मेरी बात आप याद रखिएगा। अपने आप को फाइनेंशियली मजबूत करें, अपने बच्चों को स्ट्रॉन्ग करें, तो बदला तो कोई नस्ल में से आगे ले लेता है, तो ये बड़े फ़ख्र की बात होती है। लेकिन यार ऐसे नहीं कि आप ना इधर देखें ना उधर देखो, आप बदला ले लें। खुदा की कसम, ला इलाहा इल्लल्लाह मुहम्मद रसूलुल्लाह, लोगों की माएँ बहनें रुल गई। मैं जो प्रोग्रामों में आपको बताता हूँ ना, ये बातें वो नहीं है कि जो हम खुद साख्ता बना लेते हैं। ऐसी 20 कहानियाँ मेरे पास मौजूद हैं कि जो अफराद जेलों के अंदर गए हैं, उनकी ख़वातीन घर की ख़राब हो गई हैं, वो मजबूरी में वो आके जो है ना उन्होंने रास्ता दूसरा इख्तियार कर लिया। तो ये चीज़ें, ये वक्त का तयन करने पर डिपेंड करता है। आपकी सिचुएशन क्या है, घर के हालात क्या हैं, फाइनेंशियली आपको प्रॉब्लम, कोई मसाइल हैं आपके आगे, या आपके आगे वसाइल की भरमार है, वसाइल ही वसाइल हैं, आप जो चाहें कर सकते हैं, तो फिर भी चांस ले लें। तो ये चीज़ें सारी होती हैं। मेरे प्रोग्राम जो होते हैं, बड़े कोशिश तो मैं यही करता हूँ अपने नौजवानों को जो है ना, अब ये सारे नौजवान बैठे हुए हैं, ये जो सामने बैठा हुआ है ना, ये परली तरफ राइट साइड पे, ये असद है, मेरे दोस्त काके भाई का बेटा है। ये आगे देखें, ये की नाम तौसीफ आसिम बैठा हुआ है। ये आसिम जो है ना काके भाई के जो बड़े भाई गुड्डू भाई हैं उनका बेटा है। साथ ये वसी बैठा हुआ है, ये भी मेरा भतीजा है, और साथ अली बैठा हुआ है। तो ये देखें, ये सारे मेरे फैमिली मेम्बर हैं, मेरे भतीजे हैं। तो इनके सामने बैठ के काका आया, चूँकि मैंने कहा बड़ी दफ़ा ये हुआ है कि काका आया, तो मैंने इसे प्रोग्राम बनाया कि यार पहलवान जी बैठ के ना लोगों ने दसिए कि मामला की होया सी, और असी अक्के सत्या सारा काम किया थी ना। तो आज ये अचानक आया, तो भतीजे साथ है, मैंने कहा वो भी सुन लेंगे असल हकीकत क्या थी। तो प्रोग्राम आपसे शेयर किया, लाजमी कमेंट बॉक्स में लिख दीजिएगा। और कुछ लोग ये लिखते हैं, चौधरी साहब तू ये 5 पागलों का प्रोग्राम किया, कई करैक्टर मिस कर गए, अल्लाह के बंदे। ये जो 5 पागल मैंने आपको लिख दिया, हालांकि खालिद चिट्टा बड़ा ख़तरनाक था, मदर तिब भी ख़तरनाक था, लेकिन ये मैं किसी और कैटेगरी में इनको लाऊंगा, वो प्रोग्राम अपलोड करूँगा, उसका भी फीडबैक आपने लाजमी देना है। ये प्रोग्राम कैसा लगा है आपने लाजमी कमेंट बॉक्स में बताना है। मैं हमेशा की तरह आपको रिप्लाई करने की कोशिश करूँगा। अपना ढेर सारा ख्याल रखिएगा जी। पाकिस्तान जिंदाबाद।